ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਾਈ ਸੱਚਨ ਸੱਚ ਜੀ। ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਵਿਖੇ ਪੱਕਾ ਡੇਰਾ ਲਗਾਉਣ ਕਰਕੇ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਲਈ ਆਉਣ ਲੱਗ ਪਈਆਂ। ਗੁਰੂ ਘਰ ਦਾ ਜਸ ਦਿਨ ਰਾਤ ਵੱਧਦਾ ਜਾ ਰਿਹਾ ਸੀ। ਇੱਕ ਦਿਨ ਗੁਰੂ ਜੀ ਦੇ ਸਿੱਖ ਭਾਈ ਬੱਲੋ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਨਾਲ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਹਨ, ਜਿਨ੍ਹਾਂ ਦੇ ਠਹਿਰਨ ਵਾਸਤੇ ਜਗ੍ਹਾ ਦੀ ਕਮੀ ਹੈ। ਕਿਰਪਾ ਕਰਕੇ ਜਗ੍ਹਾ ਹੋਰ ਬਣਵਾਈ ਜਾ ਸਕੇ ਤਾਂ ਜੋ ਸੰਗਤਾਂ ਦੇ ਵਿਸ਼ਰਾਮ ਵਾਸਤੇ ਅਸਥਾਨ ਬਣ ਸਕੇ। ਸਤਿਗੁਰੂ ਅਮਰਦਾਸ ਜੀ ਨੇ ਦੂਜੇ ਦਿਨ 5 ਸਿੱਖਾਂ ਦੀ ਸੇਵਾ ਲਗਾਈ, ਜੋ ਲੱਕੜ ਕਾਠ ਦੀ ਸੇਵਾ ਕਰਕੇ ਲਿਆਉਣ। ਇਹਨਾਂ ਦਾ ਮੋਢੀ ਜਥੇਦਾਰ ਗੁਰੂ ਅਮਰਦਾਸ ਜੀ ਦਾ ਭਤੀਜਾ ਭਾਈ ਸਾਵਣ ਮੱਲ ਸੀ ਅਤੇ ਇਹਨਾਂ 5 ਸਿੱਖਾਂ ਵਿੱਚ ਬਾਬਾ ਸੱਚਨ ਸੱਚ ਵੀ ਨਾਲ ਸਨ। ਗੁਰੂ ਅਮਰਦਾਸ ਜੀ ਨੇ ਭਾਈ ਸਾਵਣ ਮੱਲ ਨੂੰ ਇੱਕ ਰੁਮਾਲ ਦਿੱਤਾ, ਜਿਸ ਦੀ ਲੋੜ ਪੈਣ 'ਤੇ ਵਰਤੋਂ ਕਰਨ ਵਾਸਤੇ ਕਿਹਾ। ਇਸ ਤਰ੍ਹਾਂ ਇਹ 5 ਸਿੱਖ ਗੁਰੂ ਜੀ ਦਾ ਹੁਕਮ ਮੰਨ ਕੇ ਬਿਆਸਾ ਨਦੀ ਕੰਢੇ ਕੰਢੇ ਲੱਕੜ ਲੈਣ ਵਾਸਤੇ ਚੱਲ ਪਏ। ਚਲਦੇ ਚਲਦੇ ਇਹਨਾਂ ਨੂੰ ਰਾਤ ਸਕੇਤ ਮੰਡੀ ਵਿਖੇ ਪੈ ਗਈ। ਇਹਨਾਂ ਸਿੱਖਾਂ ਨੇ ਸ਼ਹਿਰ ਤੋਂ ਬਾਹਰ ਡੇਰਾ ਕੀਤਾ ਅਤੇ ਸਵੇਰੇ ਲੰਗਰ ਤਿਆਰ ਕਰਕੇ ਛਕਿਆ। ਸਕੇਤ ਮੰਡੀ ਦਾ ਰਾਜਾ, ਜਿਸ ਦਾ ਨਾਮ ਹਰੀ ਸੈਣ ਸੀ, ਹਿੰਦੂ ਮੱਤ ਦਾ ਸੀ। ਉਸ ਦਿਨ ਉਸ ਦੀ ਸਾਰੀ ਸਲਤਨਤ ਵਿੱਚ ਇਕਾਦਸ਼ੀ ਦਾ ਵਰਤ ਸੀ, ਜਿਸ ਕਰਕੇ ਕਿਸੇ ਨੇ ਵੀ ਚੁੱਲ੍ਹੇ ਅੱਗ ਨਹੀਂ ਬਾਲਣੀ ਸੀ। ਇਸੇ ਹੀ ਹੁਕਮ ਦੀ ਉਲੰਘਣਾ ਕਰਕੇ ਇਹਨਾਂ 5 ਸਿੱਖਾਂ ਨੂੰ ਰਾਜੇ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਹਨਾਂ ਸਿੱਖਾਂ ਨੂੰ ਇਸ ਵਰਤ ਬਾਰੇ ਪਤਾ ਨਹੀਂ ਸੀ। ਇਹਨਾਂ ਨੇ ਗੁਰੂ ਅਮਰਦਾਸ ਜੀ ਦੇ ਦਰ 'ਤੇ ਅਰਦਾਸ ਕੀਤੀ। ਕੁਦਰਤ ਸਤਿਗੁਰਾਂ ਦੀ ਵਰਤੀ। ਰਾਜਾ ਹਰੀ ਸੈਣ ਦੀਆਂ 7 ਰਾਣੀਆਂ ਵਿੱਚੋਂ ਇੱਕੋ ਇੱਕ ਪੁੱਤਰ ਸੀ। ਉਸ ਦਾ ਨਾਮ ਰੁਦਰ ਸੈਣ ਸੀ। ਭਾਣਾ ਵਰਤਿਆ ਉਹ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ। ਰਾਜੇ ਦੇ ਸਾਰੇ ਪਰਿਵਾਰ ਅਤੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ। ਭਾਈ ਸਾਵਣ ਮੱਲ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਰਾਜੇ ਦਾ ਲੜਕਾ ਸਵਰਗਵਾਸ ਹੋ ਗਿਆ ਹੈ। ਇਹਨਾਂ 5 ਸਿੱਖਾਂ ਨੇ ਰਾਜੇ ਨਾਲ ਹਮਦਰਦੀ ਪ੍ਰਗਟਾਈ। ਕਿਸੇ ਸਿਆਣੇ ਮੰਤਰੀ ਨੇ ਰਾਜੇ ਨੂੰ ਇਹਨਾਂ ਸਿੱਖਾਂ ਦਾ ਅਪਮਾਨ ਕਰਨ ਕਰਕੇ ਇਸ ਘਟਨਾ ਦੇ ਵਾਪਰਨ ਦਾ ਕਾਰਨ ਦੱਸਿਆ। ਰਾਜੇ ਹਰੀ ਸੈਣ ਨੇ ਨੰਗੇ ਪੈਰੀਂ ਚੱਲ ਕੇ ਇਹਨਾਂ ਸਿੱਖਾਂ ਪਾਸੋਂ ਮੁਆਫੀ ਮੰਗੀ ਅਤੇ ਆਪਣੇ ਪੁੱਤਰ ਦੇ ਜੀਵਤ ਹੋਣ ਬਾਰੇ ਤਰਲੇ ਮਿੰਨਤਾਂ ਕੀਤੀਆਂ। ਰਾਜੇ ਦੀ ਬੇਨਤੀ ਅਤੇ ਸਾਰੇ ਪਰਿਵਾਰ ਦੀ ਕੁਰਲਾਹਟ ਨੂੰ ਵੇਖਦੇ ਹੋਏ ਭਾਈ ਸਾਵਣ ਮੱਲ ਨੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਰੁਮਾਲ ਦੀ ਇੱਕ ਕੰਨੀ ਬਾਟੇ ਵਿੱਚ ਜਲ ਮੰਗਵਾ ਕੇ ਭਿਉਂ ਕੇ ਉਸ ਲੜਕੇ ਦੇ ਮੂੰਹ 'ਤੇ ਛਿੱਟੇ ਮਾਰੇ ਅਤੇ ਕਿਹਾ, ਬੋਲ ਰੁਦਰ ਸੈਣ ਸਤਿਨਾਮ ਵਾਹਿਗੁਰੂ। ਰੁਦਰ ਸੈਣ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਦਾ ਹੋਇਆ ਉੱਠ ਬੈਠਾ। ਇਹ ਵੇਖਦੇ ਹੀ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਰਾਜਾ ਅਤੇ ਉਸਦਾ ਸਾਰਾ ਪਰਿਵਾਰ ਸਿੱਖਾਂ ਦੇ ਪੈਰਾਂ ਨੂੰ ਪੂਜਣ ਲੱਗਾ ਅਤੇ ਕਹਿਣ ਲੱਗਾ, ਤੁਸੀਂ ਸਾਡੇ ਗੁਰੂ ਹੋ। ਪਰੰਤੂ ਸਿੱਖਾਂ ਨੇ ਕਿਹਾ, ਅਸੀਂ ਗੁਰੂ ਨਹੀਂ, ਅਸੀਂ ਤਾਂ ਸੇਵਕ ਹਾਂ। ਰਾਜੇ ਨੇ ਇੱਥੇ ਆਉਣ ਦਾ ਕਾਰਨ ਪੁੱਛ ਕੇ ਲੱਕੜ ਦੀ ਸਾਰੀ ਸੇਵਾ ਬਿਆਸਾਂ ਰਾਹੀਂ ਕੀਤੀ। ਲੱਕੜ ਪੂਰੀ ਹੋਣ ਉਪਰੰਤ ਸਤਿਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ 5 ਸਿੱਖ ਵਾਪਸ ਆਉਣ ਲੱਗੇ ਤਾਂ ਰਾਜੇ ਹਰੀ ਸੈਣ ਨੇ ਕੁਝ ਦਿਨ ਹੋਰ ਠਹਿਰਨ ਵਾਸਤੇ ਬੇਨਤੀ ਕੀਤੀ। 4 ਸਿੱਖ ਵਾਪਸ ਗੋਇੰਦਵਾਲ ਆ ਗਏ, ਪਰ ਭਾਈ ਸਾਵਣ ਮੱਲ ਜੀ ਰਾਜੇ ਦੇ ਕਹਿਣ 'ਤੇ ਕੁਝ ਦਿਨ ਹੋਰ ਠਹਿਰ ਗਏ। ਉਹ ਸਤਿਗੁਰ ਦੀ ਬਖਸ਼ੀ ਹੋਈ ਸ਼ਕਤੀ ਰੁਮਾਲ ਨਾਲ ਹਰ ਪ੍ਰਕਾਰ ਦੇ ਰੋਗੀਆਂ ਦਾ ਰੋਗ ਨਿਵਾਰਨ ਲੱਗੇ। ਇਸ ਤਰ੍ਹਾਂ ਸਾਵਣ ਮੱਲ ਸਤਿਗੁਰ ਜੀ ਨੂੰ ਵਿਸਾਰ ਬੈਠੇ ਅਤੇ ਆਪ ਗੁਰੂ ਬਣ ਬੈਠੇ, ਕਿਉਂਕਿ ਇੱਕ ਤਾਂ ਰਾਜ ਦਰਬਾਰ ਵਿੱਚ ਬਰਾਬਰ ਦਾ ਆਸਣ ਮਿਲਿਆ ਅਤੇ ਇੱਕ ਸਤਿਗੁਰ ਜੀ ਦੇ ਬਖਸ਼ੇ ਰੁਮਾਲ ਕਰਕੇ ਸੰਗਤਾਂ ਨਮਸਕਾਰ ਕਰਨ ਲੱਗੀਆਂ। ਸਤਿਗੁਰ ਜੀ ਨੇ 2 ਵਾਰ ਸੁਨੇਹਾ ਘੱਲਿਆ, ਪਰ ਭਾਈ ਸਾਵਣ ਮੱਲ ਜੀ ਇਸ ਤੋਂ ਬੇਪਰਵਾਹ ਰਹੇ। ਅਖੀਰ ਸਤਿਗੁਰ ਜੀ ਨੇ ਜਦੋਂ ਉਹ ਸਾਰੀ ਸ਼ਕਤੀ ਖਿੱਚ ਲਈ ਤਾਂ ਭਾਈ ਸਾਵਣ ਮੱਲ ਜੀ ਨੂੰ ਅਹਿਸਾਸ ਹੋਇਆ ਕਿ ਮੈਂ ਭੁੱਲਣਾ ਕਰ ਬੈਠਾ ਹਾਂ। ਭਾਈ ਜੀ ਨੇ ਰਾਜੇ ਨੂੰ ਸਾਰੀ ਹਕੀਕਤ ਦੱਸੀ ਅਤੇ ਵਾਪਸ ਸਤਿਗੁਰ ਜੀ ਦੇ ਚਰਨਾਂ ਵਿੱਚ ਜਾਣ ਲਈ ਤਿਆਰ ਹੋ ਗਏ। ਰਾਜਾ ਹਰੀ ਸੈਣ ਭਾਈ ਸਾਵਣ ਮੱਲ ਜੀ ਦੇ ਮੂੰਹੋਂ ਸਤਿਗੁਰੂ ਅਮਰਦਾਸ ਜੀ ਦੀ ਉਪਮਾ ਸੁਣ ਕੇ
ਭਾਈ ਸਾਹਿਬ ਦੇ ਨਾਲ ਹੀ ਸਾਰਾ ਪਰਿਵਾਰ ਅਤੇ ਲਾਮ ਲਸ਼ਕਰ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਨੂੰ ਚੱਲ ਪਿਆ। ਗੋਇੰਦਵਾਲ ਪਹੁੰਚਣ 'ਤੇ ਰਾਜੇ ਦਾ ਵਿਸ਼ਰਾਮ ਬਾਹਰ ਕਰਵਾ ਕੇ ਭਾਈ ਸਾਵਨ ਮੱਲ ਜੀ ਨੇ ਸਤਿਗੁਰਾਂ ਤੋਂ ਭੁੱਲਣਾ ਦੀ ਮੁਆਫੀ ਮੰਗੀ ਅਤੇ ਰਾਜੇ ਦਾ ਪਰਿਵਾਰ ਅਤੇ ਲਾਮ ਲਸ਼ਕਰ ਸਮੇਤ ਦਰਸ਼ਨ ਕਰਨ ਆਉਣ ਬਾਰੇ ਦੱਸਿਆ। ਸਤਿਗੁਰੂ ਅਮਰਦਾਸ ਜੀ ਦੇ ਸਮੇਂ ਹੀ ਸਿੱਖਾਂ ਦੇ ਮਿਸ਼ਨ ਵਿੱਚ ਲੰਗਰ ਪ੍ਰਥਾ ਸ਼ੁਰੂ ਹੈ। ਸਤਿਗੁਰਾਂ ਦਾ ਹੁਕਮ ਸੀ ਕਿ ਕੋਈ ਵੀ ਰਾਜਾ ਹੋਵੇ ਜਾਂ ਰੰਕ ਹੋਵੇ, ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਉਸ ਤੋਂ ਬਾਅਦ ਸੰਗਤ ਵਿੱਚ ਆਵੇ, ਭਾਵ ਪਹਿਲਾਂ ਪੰਗਤ ਫਿਰ ਸੰਗਤ। ਰਾਜੇ ਹਰੀ ਸੈਨ ਨੇ ਸਤਿਗੁਰਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਗੁਰੂ ਦਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਸਤਿਗੁਰੂ ਅਮਰਦਾਸ ਜੀ ਦਾ ਇਹ ਵੀ ਹੁਕਮ ਸੀ, ਸੰਗਤ ਵਿੱਚ ਠਾਠ ਬਾਠ ਲਾ ਕੇ ਨਹੀਂ ਆਉਣਾ, ਸਾਦੇ ਲਿਬਾਸ ਵਿੱਚ ਆਉਣ ਦਾ ਹੁਕਮ ਸੀ। ਦੂਜਾ, ਸੰਗਤ ਵਿੱਚ ਘੁੰਡ ਕਰਕੇ ਨਹੀਂ ਆਉਣਾ। ਰਾਜੇ ਹਰੀ ਸੈਨ ਅਤੇ ਉਸ ਦੇ ਸਾਰੇ ਪਰਿਵਾਰ ਅਤੇ ਫੌਜ ਨੇ ਹੁਕਮ ਮੰਨ ਕੇ ਦਰਸ਼ਨ ਕੀਤੇ, ਪਰ ਰਾਜੇ ਹਰੀ ਸੈਨ ਦੀ ਨਵੀਂ ਵਿਆਹੁੰਦੜ ਰਾਣੀ, ਜਿਸ ਦੀ ਸ਼ਾਦੀ ਹੋਈ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ, ਉਸ ਨੇ ਹਾਰ ਸ਼ਿੰਗਾਰ ਕਰ ਰੱਖਿਆ ਅਤੇ ਨਾਲ ਹੀ ਉਸ ਨੇ ਸੰਗਤ ਵਿੱਚ ਆ ਕੇ ਸ਼ਰਮ ਵੱਸ ਘੁੰਡ ਕੱਢ ਲਿਆ। ਸਤਿਗੁਰੂ ਜੀ ਸਹਿ ਸੁਭਾਅ ਹੀ ਬੋਲੇ ਕਿ ਇਹ ਤਾਂ ਕਮਲੀ ਆਪਣਾ ਆਪ ਲੁਕਾਉਣ ਵਾਸਤੇ ਆਈ ਹੈ ਕਿ ਸੰਗਤ ਦੇ ਦਰਸ਼ਨ ਕਰਨ ਆਈ ਹੈ। ਸਤਿਗੁਰਾਂ ਦਾ ਸਹਿਜ ਸੁਭਾਅ ਕਿਹਾ ਬਚਨ ਪੂਰਾ ਹੋਇਆ। ਉਹ ਰਾਣੀ ਕਮਲੀ ਹੋ ਗਈ ਅਤੇ ਰੌਲਾ ਪਾਉਂਦੀ ਹੋਈ ਬਾਹਰ ਜੰਗਲਾਂ ਨੂੰ ਭੱਜ ਗਈ। ਇਹ ਕੌਤਕ ਵੇਖ ਕੇ ਰਾਜਾ ਅਤੇ ਸੰਗਤ ਬਹੁਤ ਹੈਰਾਨ ਹੋਈ ਅਤੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਨਾਲ ਹੀ ਰਾਜੇ ਨੇ ਕਿਹਾ, ਇਸ ਰਾਣੀ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ। ਜੇ ਇਹ ਮਿਲ ਜਾਏ ਤਾਂ ਮੇਰੇ ਪਾਸ ਭੇਜ ਦੇਣਾ, ਨਹੀਂ ਤਾਂ ਇਹੋ ਜਿਹੀ ਹੁਕਮ ਨਾ ਮੰਨਣ ਵਾਲੀ ਰਾਣੀ ਤੋਂ ਮੈਂ ਐਵੇਂ ਹੀ ਚੰਗਾ ਹਾਂ। ਸਤਿਗੁਰੂ ਅਮਰਦਾਸ ਜੀ ਨੇ ਰਾਜੇ ਅਤੇ ਉਸ ਦੇ ਸਾਰੇ ਸਾਥ ਨੂੰ ਸਤਿਨਾਮ ਦਾ ਉਪਦੇਸ਼ ਦੇ ਕੇ ਵਿਦਾ ਕੀਤਾ। ਇਸ ਤਰ੍ਹਾਂ ਦਿਨ ਲੰਘ ਰਹੇ ਸਨ। ਭਾਈ ਸੱਚਨ ਸੱਚ ਜੀ ਨਿਤਾ ਪ੍ਰਤੀ ਦੀ ਸੇਵਾ ਬੜੇ ਉਦਮ ਨਾਲ ਕਰਦੇ ਹੁੰਦੇ ਸਨ। ਸਵੇਰੇ ਉੱਠ ਕੇ ਸਾਰੇ ਬਰਤਨ ਬਿਆਸਾ ਨਦੀ ਤੋਂ ਸਾਫ਼ ਕਰਕੇ ਲਿਆਉਂਦੇ ਅਤੇ ਉਸ ਤੋਂ ਬਾਅਦ ਜੰਗਲ 'ਚੋਂ ਜਾ ਕੇ ਲੰਗਰ ਵਾਸਤੇ ਲੱਕੜਾਂ ਚੁੱਕ ਕੇ ਲਿਆਉਂਦੇ। ਜਿਸ ਪਾਸੇ ਭਾਈ ਸੱਚਨ ਸੱਚ ਜੀ ਲੱਕੜਾਂ ਲੈਣ ਵਾਸਤੇ ਜਾਂਦੇ ਸਨ, ਕੁਦਰਤੀ ਉਸੇ ਪਾਸੇ ਹੀ ਕਮਲੀ ਰਾਣੀ ਜੰਗਲ ਵਿੱਚ ਇੱਧਰ ਉੱਧਰ ਭੱਜ ਰਹੀ ਸੀ। ਜਦੋਂ ਭਾਈ ਜੀ ਲੱਕੜਾਂ ਲੈਣ ਜਾਂਦੇ ਤਾਂ ਉਸ ਰਾਣੀ ਨੇ ਗਲ ਪੈ ਜਾਣਾ, ਲੱਕੜਾਂ ਖਿਲਾਰ ਦੇਣੀਆਂ ਅਤੇ ਖਰਾਬ ਕਰਨਾ, ਕਿਉਂਕਿ ਰਾਣੀ ਨੂੰ ਆਪਣੀ ਕੋਈ ਸੁੱਧ ਬੁੱਧ ਨਹੀਂ ਸੀ। 1-2 ਦਿਨ ਤਾਂ ਇਸੇ ਤਰ੍ਹਾਂ ਹੁੰਦਾ ਰਿਹਾ। ਅਖੀਰ ਭਾਈ ਸੱਚਨ ਸੱਚ ਜੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ, ਜਾਂ ਤਾਂ ਮੈਨੂੰ ਉਸ ਪਾਸੇ ਸੇਵਾ ਤੋਂ ਹਟਾ ਦਿੱਤਾ ਜਾਵੇ ਜਾਂ ਫਿਰ ਉਸ ਰਾਣੀ ਨੂੰ ਠੀਕ ਕੀਤਾ ਜਾਵੇ, ਕਿਉਂਕਿ ਉਸ ਦੀ ਦਸ਼ਾ ਬਹੁਤ ਖਰਾਬ ਹੈ। ਤਨ 'ਤੇ ਕੱਪੜੇ ਨਹੀਂ ਹਨ, ਨਾਲ ਹੀ ਮੈਨੂੰ ਵੀ ਬਹੁਤ ਤੰਗ ਕਰਦੀ ਹੈ, ਲੱਕੜਾਂ ਲਿਆਉਣ ਵਿੱਚ ਕਠਿਨਾਈ ਹੁੰਦੀ ਹੈ। ਸਤਿਗੁਰੂ ਅਮਰਦਾਸ ਜੀ ਨੇ ਸਿੱਖ ਦੀ ਗੱਲ ਬੜੇ ਧਿਆਨ ਨਾਲ ਸੁਣ ਕੇ ਉਸ ਨੂੰ ਧੀਰਜ ਦਿੱਤਾ ਤੇ ਕਿਹਾ, ਭਾਈ ਸੱਚਨ ਸੱਚ ਜੀ, ਕੱਲ੍ਹ ਜਾਣ ਲੱਗੇ ਮੇਰੇ ਕੋਲ ਹੋ ਕੇ ਲੱਕੜਾਂ ਨੂੰ ਜਾਣਾ। ਦੂਸਰੇ ਦਿਨ ਭਾਈ ਸੱਚਨ ਸੱਚ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਮੈਂ ਲੱਕੜਾਂ ਵਾਸਤੇ ਚੱਲਿਆ ਹਾਂ। ਸਿੱਖ ਦੀ ਬੇਨਤੀ ਸੁਣ ਕੇ ਸਤਿਗੁਰੂ ਅਮਰਦਾਸ ਜੀ ਨੇ ਆਪਣੇ ਪੈਰ ਦਾ ਜੋੜਾ ਲਾ ਕੇ ਭਾਈ ਜੀ ਨੂੰ ਦੇ ਕੇ ਕਿਹਾ, ਜਦੋਂ ਰਾਣੀ ਆਵੇ ਉਸ ਦੇ ਮੱਥੇ ਵਿੱਚ ਲਗਾ ਦੇਵੀਂ, ਠੀਕ ਹੋ ਜਾਵੇਗੀ। ਭਾਈ ਸੱਚਨ ਸੱਚ ਜੀ ਬੜੇ ਸਤਿਕਾਰ ਨਾਲ ਜੋੜਾ ਸਾਹਿਬ ਨੂੰ ਰੁਮਾਲ ਵਿੱਚ ਲਪੇਟ ਕੇ ਸਿਰ 'ਤੇ ਰੱਖ ਲਿਆ ਅਤੇ ਲੱਕੜਾਂ ਵਾਸਤੇ ਚੱਲ ਪਏ। ਜੰਗਲ ਵਿੱਚ ਪਹੁੰਚ ਕੇ ਭਾਈ ਜੀ ਨੇ ਜੋੜਾ ਸਾਹਿਬ ਨੂੰ ਇੱਕ ਦਰਖਤ ਦੇ ਦੁਸਾਂਗ ਵਿੱਚ ਉੱਚੀ ਜਗ੍ਹਾ 'ਤੇ ਰੱਖ ਦਿੱਤਾ ਅਤੇ ਆਪ ਲੱਕੜਾਂ ਇਕੱਤਰ ਕਰਨ ਲੱਗ ਪਏ। ਇੰਨੇ ਵਿੱਚ ਹੀ ਕਮਲੀ ਰਾਣੀ ਰੌਲਾ ਪਾਉਂਦੀ ਹੋਈ ਆ ਗਈ। ਭਾਈ ਸਾਹਿਬ ਨੇ ਜੋੜਾ ਫੜ ਕੇ ਰਾਣੀ ਦੇ ਮੱਥੇ ਨਾਲ ਛੁਹਾ ਦਿੱਤਾ
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਰਾਣੀ ਬਿਲਕੁਲ ਠੀਕ ਠਾਕ ਹੋ ਗਈ ਅਤੇ ਸਰੀਰ 'ਤੇ ਕੱਪੜਾ ਨਾ ਹੋਣ ਕਾਰਨ ਇੱਕ ਪਾਸੇ ਬੈਠ ਗਈ। ਭਾਈ ਸੱਚਨ ਸੱਚ ਜੀ ਨੇ ਆਪਣੀ ਚਾਦਰ ਨਾਲੋਂ ਅੱਧੀ ਚਾਦਰ ਪਾੜ ਕੇ ਦਿੱਤੀ, ਜਿਸ ਨਾਲ ਰਾਣੀ ਨੇ ਤਨ ਕੱਜਿਆ। ਭਾਈ ਸਾਹਿਬ ਨੇ ਲੱਕੜਾਂ ਇਕੱਤਰ ਕਰ ਲਈਆਂ। ਰਾਣੀ ਨੇ ਭਾਈ ਸਾਹਿਬ ਨੂੰ ਪੁੱਛਿਆ ਕਿ ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ। ਭਾਈ ਸਾਹਿਬ ਨੇ ਰਾਣੀ ਨੂੰ ਕਿਹਾ ਕਿ ਸੱਚੇ ਸਤਿਗੁਰੂ ਜੀ ਦੀ ਤੇਰੇ 'ਤੇ ਮਿਹਰ ਹੋਈ ਹੈ, ਤੂੰ ਲੱਕੜਾਂ ਚੁੱਕ ਕੇ ਦਰਬਾਰ ਦੀ ਸੇਵਾ ਵਾਸਤੇ ਚੱਲ। ਇਸ ਤਰ੍ਹਾਂ ਭਾਈ ਸੱਚਨ ਸੱਚ ਅਤੇ ਰਾਣੀ ਦੋਵੇਂ ਲੱਕੜਾਂ ਚੁੱਕ ਕੇ ਅੱਗੇ ਪਿੱਛੇ ਸਤਿਗੁਰੂ ਦੇ ਦਰਬਾਰ ਦੀ ਸੇਵਾ ਵੱਲ ਚੱਲ ਪਏ। ਜਦੋਂ ਦੋਵੇਂ ਜਣੇ ਦਰਬਾਰ ਪਹੁੰਚੇ ਤਾਂ ਸਤਿਗੁਰੂ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਕਿਹਾ, ਜੋੜੀ ਬਹੁਤ ਫੱਬੀ ਹੈ। ਭਾਈ ਸੱਚਨ ਸੱਚ ਪਹਿਲਾਂ ਸ਼ਾਦੀशुदा ਸਨ ਅਤੇ ਬਾਲ ਬੱਚੇਦਾਰ ਸਨ। ਇਸ ਲਈ ਭਾਈ ਜੀ ਨੇ ਸਤਿਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਮੇਰੀ ਪਹਿਲੀ ਪਤਨੀ ਨਾਰਾਜ਼ ਹੋ ਜਾਵੇਗੀ, ਇਸ ਨਾਲ ਝਗੜਾ ਕਰੇਗੀ, ਮੇਰੇ ਘਰ ਵਿੱਚ ਝਗੜਾ ਵਧੇਗਾ। ਤਾਂ ਸਤਿਗੁਰੂ ਜੀ ਨੇ ਭਾਈ ਸੱਚਨ ਸੱਚ ਜੀ ਨੂੰ ਧੀਰਜ ਦੇ ਕੇ ਕਿਹਾ ਕਿ ਸਿੱਖਾ, ਇਹ ਤੈਨੂੰ ਹੀ ਲਿਜਾਣੀ ਪਵੇਗੀ, ਕਿਉਂਕਿ ਇੱਕ ਤਾਂ ਤੂੰ ਚਾਦਰ ਦੇ ਕੇ ਇਸ ਦਾ ਤਨ ਕੱਜਿਆ ਹੈ, ਦੂਸਰਾ ਸਾਡੇ ਮੂੰਹੋਂ ਬਚਨ ਨਿਕਲਿਆ ਹੈ। ਇਸ ਲਈ ਇਹ ਤੇਰੇ ਹੁਕਮ ਵਿੱਚ ਹੀ ਰਹੇਗੀ ਅਤੇ ਝਗੜਾ ਵੀ ਨਹੀਂ ਕਰੇਗੀ। ਭਾਈ ਜੀ ਨੇ ਸਤ ਬਚਨ ਮੰਨ ਕੇ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ। ਸਤਿਗੁਰੂ ਜੀ ਪ੍ਰਸੰਨ ਹੋ ਕੇ ਦੂਜਾ ਜੋੜਾ ਵੀ ਦੇ ਦਿੱਤਾ ਅਤੇ ਕਿਹਾ, ਜਾ ਸਿੱਖਾ, ਤੇਰੀ ਸੇਵਾ ਪੂਰੀ ਹੋਈ ਹੈ ਅਤੇ ਇਹ ਜੋੜਾ ਲੈ ਜਾਵੋ। ਸਤਨਾਮ ਦਾ ਉਪਦੇਸ਼ ਕਰੋ ਅਤੇ ਸੰਗਤ ਦੀ ਸੇਵਾ ਕਰੋ। ਇਸ ਜੋੜੇ ਨੂੰ ਜੋ ਨਮਸਕਾਰ ਕਰੇਗਾ ਉਸ ਦੇ ਰੋਗ ਦੂਰ ਹੋਣਗੇ, ਖਾਸ ਕਰਕੇ ਹੰਝੀਰਾ ਵਾਲਾ, ਪਾਗਲਪਨ, ਹਲਕੇ ਕੁੱਤੇ ਦਾ ਕੱਟਿਆ ਹੋਇਆ ਠੀਕ ਹੋਣਗੇ ਅਤੇ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਹੇ। ਦੋਵੇਂ ਜੋੜੇ ਲੈ ਕੇ ਸਤਿਗੁਰੂ ਨੂੰ ਨਮਸਕਾਰ ਕਰਕੇ ਰਾਣੀ ਸਮੇਤ ਸੱਚਨ ਸੱਚ ਜੀ ਆਪਣੇ ਜੱਦੀ ਪਿੰਡ ਧੁੰਨੀ ਮੁੱਲਾ ਦੀ, ਜੋ ਕਿ ਅੱਜ ਕੱਲ੍ਹ ਪੱਛਮੀ ਪੰਜਾਬ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਹਾਫਜ਼ਾਬਾਦ, ਜੋ ਅੱਜ ਕੱਲ੍ਹ ਜ਼ਿਲ੍ਹਾ ਬਣ ਗਿਆ ਹੈ, ਵਿਖੇ ਪਹੁੰਚ ਗਏ। ਬਾਬਾ ਜੀ ਦੀ ਪਹਿਲੀ ਪਤਨੀ ਨਾਰਾਜ਼ਗੀ ਵਸ ਇੱਕ ਜੋੜਾ ਅਤੇ ਬਾਲ ਬੱਚੇ ਲੈ ਕੇ ਆਪਣੇ ਪੇਕੇ ਪਿੰਡ ਮਦਰ, ਜ਼ਿਲ੍ਹਾ ਲਾਹੌਰ ਵਿਖੇ ਚਲੀ ਗਈ। ਬਾਬਾ ਸੱਚਨ ਸੱਚ ਦੇ ਘਰ ਉਸ ਰਾਣੀ ਦੀ ਕੁੱਖੋਂ 2 ਸਪੁੱਤਰ ਰੂਪ ਮੱਲ ਅਤੇ ਹਰਾ ਮੱਲ ਪੈਦਾ ਹੋਏ। ਉਹਨਾਂ ਦੋਵਾਂ 'ਚੋਂ ਜੋ ਅੰਸ਼ ਮੱਲਾਂ ਦੀ ਚੱਲਦੀ ਆ ਰਹੀ ਹੈ, ਇਹ ਜੋੜਾ ਸਾਹਿਬ ਉਹਨਾਂ ਪਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।